ਸਤਿ ਸ੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਹਜ਼ਾਰਾਂ ਭਾਰਤੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰਨਗੇ ਕੈਨੇਡਾ ਅਤੇ ਅਮਰੀਕਾ। UAE ਤੋਂ ਬਾਅਦ ਹੁਣ ਬਹਿਰੀਨ ਦੇਵੇਗਾ ਗੋਲਡਨ ਵੀਜ਼ਾ। ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਸਰਹੱਦਾਂ ਖੋਲ੍ਹਣ ਦਾ ਐਲਾਨ। ਇਨ੍ਹਾਂ ਸੈਲਾਨੀਆਂ ਨੂੰ ਨਹੀਂ ਮਿਲੇਗੀ ਐਂਟਰੀ। ਕਾਮਿਆਂ ਦੀ ਘਾਟ ਨੂੰ ਲੈ ਕੇ ਕੈਨੇਡਾ ਦੇ ਮੰਤਰੀਆਂ ਨੇ ਇਮੀਗ੍ਰੇਸ਼ਨ ਨੂੰ ਕੀਤੇ ਤਿੱਖੇ ਸਵਾਲ। ਕੈਨੇਡਾ 'ਚ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਜਾਰੀ। ਜਸਟਿਨ ਟਰੂਡੋ ਨੇ ਦਿੱਤਾ ਬਿਆਨ। ਪੰਜਾਬ ਦੇ ਨੌਜਵਾਨਾਂ ਨੂੰ ਹੁਨਰੀ ਯੋਗਤਾ ਪ੍ਰਦਾਨ ਕਰਨਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਮੁੱਖ ਟੀਚਾ। ਡਾਕਟਰ SP ਸਿੰਘ ਓਬਰਾਏ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਬਾਰਡਰ ਤੋਂ ਕੁਝ ਮੀਟਰ ਦੀ ਦੂਰੀ ਤੇ ਮੌਤ ਦੇ ਮੂੰਹ ਵਿੱਚ ਗਏ ਭਾਰਤੀ ਪਰਿਵਾਰ ਦੇ ਮਸਲੇ ਨੂੰ ਲੈ ਕੇ ਕੈਨੇਡਾ ਸਰਕਾਰ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ ਅਤੇ ਵੀਜ਼ਾ ਅਰਜ਼ੀਆਂ ਦੀ ਡੂੰਘਾਈ ਨਾਲ ਘੋਖ ਸ਼ੁਰੂ ਕਰ ਦਿੱਤੀ ਗਈ ਹੈ। ਦ ਗਾਰਡੀਅਨ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ ਦੌਰਾਨ ਹਜ਼ਾਰਾਂ ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋ ਸਕਦੀਆਂ ਨੇ। ਅਮਰੀਕਾ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ। ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਦੀ ਬਰੀਕੀ ਨਾਲ ਪੁਣਛਾਣ ਕੀਤੀ ਜਾ ਰਹੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਇਸ ਗੱਲ ਦੀ ਤਸਦੀਕ ਹੋਣ ਤੋਂ ਬਾਅਦ ਹੀ ਵੀਜ਼ਾ ਜਾਰੀ ਕੀਤਾ ਜਾਏਗਾ ਕਿ ਸੰਬੰਧਿਤ ਸ਼ਖਸ ਦਾ ਕੈਨੇਡਾ ਆਉਣ ਦਾ ਮਕਸਦ ਕੀ ਹੈ। ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਹੁਣ ਬਹਿਰੀਨ ਨੇ ਵੀ ਗੋਲਡਨ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਵੀਜ਼ੇ ਦਾ ਮੁੱਖ ਮਕਸਦ ਬਹਿਰੀਨ ਵਿੱਚ ਪ੍ਰਤਿਭਾ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਗੋਲਡਨ ਵੀਜ਼ਾ ਖਾੜੀ ਦੇਸ਼ਾਂ ਵਿੱਚ ਜਾਰੀ ਆਰਥਿਕ ਮੁਕਾਬਲੇ ਦਾ ਇੱਕ ਉਦਾਹਰਣ ਹੈ। ਗੋਲਡਨ ਵੀਜ਼ਾ ਪਾਉਣ ਵਾਲੇ ਲੋਕਾਂ ਨੂੰ ਬਹਿਰੀਨ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਜੋ ਹੋਰ ਵੀਜ਼ਾ ਧਾਰਕਾਂ ਨੂੰ ਨਹੀਂ ਮਿਲਦੀਆਂ। ਖਾੜੀ ਦੇਸ਼ਾਂ ਵਿੱਚ ਰਹਿਣ ਅਤੇ ਕੰਮ ਕਰਨ ਵਾਲੇ ਵਿਦੇਸ਼ੀਆਂ ਦੇ ਕੋਲ ਰਵਾਇਤੀ ਤੌਰ ਤੇ ਆਮ ਵੀਜ਼ੇ ਹੁੰਦੇ ਨੇ ਜੋ ਕੁਝ ਸਾਲਾਂ ਦੇ ਲਈ ਹੀ ਜਾਇਜ਼ ਹੁੰਦੇ ਨੇ। ਇਸ ਤੋਂ ਬਾਅਦ ਸੰਬੰਧਿਤ ਧਾਰਕ ਨੂੰ ਵੀਜ਼ਾ ਰੀਨਿਊ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ। ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਗੋਲਡਨ ਰੈਜ਼ੀਡੈਂਸੀ ਵੀਜ਼ੇ ਨੂੰ ਜਾਰੀ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਨੂੰ ਪਾਉਣ ਵਾਲੇ ਵਿਅਕਤੀ ਨੂੰ ਬਹਿਰੀਨ ਵਿੱਚ ਅਣਮਿੱਥੇ ਸਮੇਂ ਤੱਕ ਰਹਿਣ ਦਾ ਅਧਿਕਾਰ ਹੋਏਗਾ। ਇਸ ਤੋਂ ਇਲਾਵਾ ਗੋਲਡਨ ਵੀਜ਼ਾ ਧਾਰਕਾਂ ਨੂੰ ਬਹਿਰੀਨ ਵਿੱਚ ਕੰਮ ਕਰਨ ਦਾ ਅਧਿਕਾਰ, ਅਸੀਮਿਤ ਪ੍ਰਵੇਸ਼ ਅਤੇ ਨਿਕਾਸ ਦਾ ਅਧਿਕਾਰ ਵੀ ਹੋਏਗਾ। ਅਜਿਹੇ ਵੀਜ਼ਾ ਧਾਰਕ ਆਪਣੇ ਕਰੀਬੀ ਪਰਿਵਾਰ ਦੇ ਮੈਂਬਰਾਂ ਨੂੰ ਬਗੈਰ ਕਿਸੇ ਤਾਮ-ਝਾਮ ਦੇ ਬਹਿਰੀਨ ਲਿਆ ਸਕਦੇ ਨੇ। ਮੰਤਰਾਲੇ ਨੇ ਗੋਲਡਨ ਵੀਜ਼ਾ ਜਾਰੀ ਕਰਕੇ ਕਿਹਾ ਕਿ ਇਸ ਦਾ ਮਕਸਦ ਨਿਵੇਸ਼ਕਾਂ, ਕਾਰੋਬਾਰੀਆਂ ਅਤੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਆਕਰਸ਼ਿਤ ਕਰਨਾ ਹੈ ਜੋ ਬਹਿਰੀਨ ਦੀ ਲਗਾਤਾਰ ਸਫਲਤਾ ਵਿੱਚ ਯੋਗਦਾਨ ਦੇ ਸਕਦੇ ਨੇ। ਦਰਅਸਲ ਬਹਿਰੀਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ। ਬਹਿਰੀਨ ਤੇ ਕਰਜ਼ੇ ਦਾ ਦਬਾਅ ਵੀ ਲਗਾਤਾਰ ਵੱਧਦਾ ਜਾ ਰਿਹਾ। ਪਿਛਲੇ ਸਾਲ ਅਕਤੂਬਰ ਵਿੱਚ ਬਹਿਰੀਨ ਨੇ ਕਈ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਤੋਂ ਇਲਾਵਾ ਨਵੇਂ ਆਰਥਿਕ ਵਿਕਾਸ ਦਾ ਐਲਾਨ ਕੀਤਾ ਸੀ। ਗੋਲਡਨ ਵੀਜ਼ਾ ਪਾਉਣ ਦੇ ਲਈ ਸੰਬੰਧਿਤ ਵਿਅਕਤੀ ਨੂੰ ਬਹਿਰੀਨ ਵਿੱਚ ਘੱਟ ਤੋਂ ਘੱਟ 5 ਸਾਲ ਤੱਕ ਦਾ ਰਹਿਣਾ ਹੋਏਗਾ। ਇਸ ਤੋਂ ਇਲਾਵਾ ਉਸ ਵਿਅਕਤੀ ਨੂੰ ਹਰੇਕ ਮਹੀਨਾ ਘੱਟੋ ਘੱਟ 2000 BHD ਦੀ ਔਸਤ ਸੈਲਰੀ ਪਾਉਣੀ ਹੋਏਗੀ। ਇਸ ਤੋਂ ਇਲਾਵਾ ਬਹਿਰੀਨ ਵਿੱਚ ਇੱਕ ਨਿਸ਼ਚਿਤ ਮੁੱਲ ਤੋਂ ਜ਼ਿਆਦਾ ਦੇ ਸੰਪਤੀ ਦੇ ਮਾਲਕ, ਸੇਵਾ ਮੁਕਤ ਅਤੇ ਜ਼ਿਆਦਾ ਪ੍ਰਤਿਭਾਸ਼ਾਲੀ ਵਿਅਕਤੀ ਜੋ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਉਹ ਵੀ ਯੋਗ ਹੋਣਗੇ। ਆਸਟ੍ਰੇਲੀਆ 21 ਫਰਵਰੀ ਨੂੰ ਸੈਲਾਨੀਆਂ ਲਈ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਖੋਲ੍ਹ ਦੇਵੇਗਾ। ਹਾਲਾਂਕਿ ਸਿਰਫ ਉਹਨਾਂ ਲੋਕਾਂ ਨੂੰ ਦੇਸ਼ ਵਿੱਚ ਆਉਣ ਦੀ ਆਗਿਆ ਦਿੱਤੀ ਜਾਏਗੀ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਨੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਹ ਐਲਾਨ ਕੀਤਾ ਹੈ। ਉਹਨਾਂ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਨਾਲ ਬੈਠਕ ਤੋਂ ਬਾਅਦ ਕਿਹਾ, ਮੈਨੂੰ ਪਤਾ ਹੈ ਕਿ ਸੈਰ ਸਪਾਟਾ ਉਦਯੋਗ ਇਸ ਦਾ ਇੰਤਜ਼ਾਰ ਕਰ ਰਿਹਾ ਹੋਵੇਗਾ। ਅਗਲੇ 2 ਹਫ਼ਤਿਆਂ ਵਿੱਚ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਕਰਨ ਦਾ ਮੌਕਾ ਮਿਲੇਗਾ। ਉਹਨਾਂ ਨੇ ਕਿਹਾ ਕਿ 21 ਫਰਵਰੀ ਤੋਂ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਲਈ ਕੋਰੋਨਾ ਵੈਕਸੀਨ ਦੀਆਂ 2 ਖੁਰਾਕਾਂ ਲੈਣਾ ਲਾਜ਼ਮੀ ਹੋਏਗਾ। ਦੱਸਣਯੋਗ ਹੈ ਕਿ ਮੋਰਿਸਨ ਨੇ ਪਿਛਲੇ ਸਾਲ ਅਕਤੂਬਰ ਵਿੱਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਲਈ ਆਸਟ੍ਰੇਲੀਆ ਦੀਆਂ ਸਰਹੱਦਾਂ 2022 ਵਿੱਚ ਖੋਲ੍ਹ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸੈਲਾਨੀਆਂ ਨੂੰ ਲਗਭਗ 2 ਸਾਲਾਂ ਬਾਅਦ ਆਸਟ੍ਰੇਲੀਆ ਆਉਣ ਦੀ ਆਗਿਆ ਦਿੱਤੀ ਜਾਏਗੀ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਮਾਰਚ 2020 ਤੋਂ ਆਸਟ੍ਰੇਲੀਆ ਦੀਆਂ ਸਰਹੱਦਾਂ ਜ਼ਿਆਦਾਤਰ ਵਿਦੇਸ਼ੀ ਲੋਕਾਂ ਲਈ ਬੰਦ ਨੇ। ਕੈਨੇਡਾ ਵਿੱਚ ਹਰ ਸਨਅਤ ਅਤੇ ਵਪਾਰ ਨਾਲ ਜੁੜੇ ਕਾਮਿਆਂ ਦੀ ਲਗਾਤਾਰ ਵੱਧ ਰਹੀ ਘਾਟ ਨੂੰ ਲੈ ਕੇ ਕੈਨੇਡਾ ਦੇ ਵੱਖ-ਵੱਖ ਮੰਤਰੀਆਂ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਨੂੰ ਘੇਰਿਆ ਅਤੇ ਤਿੱਖੇ ਸਵਾਲ ਕੀਤੇ। ਪਰ ਇਮੀਗ੍ਰੇਸ਼ਨ ਦਾ ਇੱਕੋ ਹੀ ਜਵਾਬ ਦਿੱਤਾ ਗਿਆ ਕਿ ਇਮੀਗ੍ਰੇਸ਼ਨ ਆਪਣਾ ਕੰਮ ਕਰ ਰਿਹਾ ਹੈ।
ਦੱਸ ਦਈਏ ਕਿ ਇਸ ਸਾਲ ਦੇ ਮਗਰਲੇ ਸਾਲ ਅੱਧ ਤੋਂ ਕੈਨੇਡਾ ਆਉਣ ਵਾਲੇ ਵਿਦਿਆਰਥੀ ਵਰਕ ਪਰਮਿਟ ਲੈਣ ਵਾਲੇ ਵੀਜ਼ੇ ਬੜੇ ਮੱਧਮ ਚੱਲ ਰਹੇ ਨੇ, ਜਿਸ ਕਰਕੇ ਪ੍ਰਵਾਸ ਦਾ ਕੈਨੇਡਾ ਆਉਣਾ ਬਹੁਤ ਘੱਟ ਹੋ ਗਿਆ ਹੈ। ਮੰਤਰੀਆਂ ਨੇ ਸਿੱਧਾ ਸਵਾਲ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਇਮੀਗ੍ਰੇਸ਼ਨ 12 ਲੱਖ ਲੋਕਾਂ ਨੂੰ ਪੱਕੇ ਕਰਨ ਦਾ ਜੋ ਟੀਚਾ ਸੀ ਉਹ ਕਿਵੇਂ ਪੂਰਾ ਕਰਨਗੇ ਤੇ ਉਹ ਟੀਚਾ ਕਿੱਥੋਂ ਤੱਕ ਚਲਾ ਗਿਆ ਦਾ ਜਵਾਬ ਦੇਣ। ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਵਰਕ ਪਰਮਿਟ ਹੋਲਡਰਾਂ ਤੇ ਵਿਦਿਆਰਥੀਆਂ ਨੂੰ ਜਲਦੀ ਵੀਜ਼ੇ ਦੇਣ ਤਾਂ ਜੋ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਬ੍ਰਿਟਿਸ਼ ਕੋਲੰਬੀਆ ਦੇ ਇੱਕ ਮੰਤਰੀ ਨੇ ਮੰਗ ਕੀਤੀ ਹੈ ਜੋ ਬਾਰ-ਬਾਰ ਉਹ ਮੰਗ ਕਰ ਰਹੇ ਨੇ ਕਿ ਵਰਕ ਪਰਮਿਟ ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ਆਈਲੈਟਸ ਦੀ ਛੋਟ ਦਿੱਤੀ ਜਾਏ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਓਟਾਵਾ ਵਿੱਚ ਚੱਲ ਰਹੇ ਟਰੱਕਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਆਰਥਿਕਤਾ ਅਤੇ ਸਥਾਨਕ ਨਿਵਾਸੀਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਟਰੂਡੋ ਨੇ ਸੋਮਵਾਰ ਸ਼ਾਮ ਨੂੰ ਕੈਨੇਡਾ ਦੀ ਸੰਸਦ ਵਿੱਚ ਕਿਹਾ, ਵਿਅਕਤੀ ਸਾਡੀ ਆਰਥਿਕਤਾ, ਸਾਡੇ ਲੋਕਤੰਤਰ ਅਤੇ ਸਾਡੇ ਸਾਥੀ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ, ਇਸ ਨੂੰ ਰੋਕਣਾ ਚਾਹੀਦਾ ਹੈ। ਉਹਨਾਂ ਨੇ ਕਿਹਾ, ਓਟਾਵਾ ਦੇ ਲੋਕ ਆਪਣੇ ਹੀ ਆਂਢ-ਗੁਆਂਢ ਵਿੱਚ ਪਰੇਸ਼ਾਨ ਹੋਣ ਦੇ ਹੱਕਦਾਰ ਨਹੀਂ। ਉਹ ਸੜਕ ਦੇ ਕਿਨਾਰੇ ਜਾਂ ਸੰਘੀ ਝੰਡੇ ਦੇ ਉੱਡਣ ਵਾਲੀ ਸਵਾਸਤਿਕ ਦੀ ਅੰਦਰੂਨੀ ਹਿੰਸਾ ਦਾ ਸਾਹਮਣਾ ਕਰਨ ਦੇ ਹੱਕਦਾਰ ਨਹੀਂ ਹਨ। ਪੰਜਾਬੀ ਨੌਜਵਾਨਾਂ ਨੂੰ ਪੇਸ਼ਾਵਰ ਯੋਗਤਾ ਦੇ ਕੇ ਸਰਟੀਫਿਕੇਟ ਪ੍ਰਦਾਨ ਕਰਕੇ ਪ੍ਰਾਪਤ ਕੀਤੀ ਖੁਸ਼ੀ ਯੂਨੀਵਰਸਿਟੀ ਦੇ ਡਿਗਰੀ ਵੰਡ ਤੋਂ ਕਿਤੇ ਵੱਧ, ਇਹ ਕਹਿਣਾ ਹੈ ਡਾਕਟਰ ਰਾਜ ਬਹਾਦਰ ਹੋਣਾ ਦਾ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦਿਆਂ ਭਾਰਤ ਦੇ 12 ਪ੍ਰਦੇਸ਼ਾਂ ਵਿੱਚ ਹੁਨਰ ਵਿਕਾਸ ਸੈਂਟਰ ਖੋਲ੍ਹ ਚੁੱਕਿਆ ਹੈ। ਇਸ ਟੀਚੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਵਿਖੇ ਸਨੀ ਓਬਰਾਏ ਵਿਵੇਕ ਸਦਨ ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਖੋਜ ਕੇਂਦਰ ਖੋਲ੍ਹਿਆ ਗਿਆ ਅਤੇ ਸਟੈਨੋਗ੍ਰਾਫੀ ਅਤੇ ਟਾਈਪਿੰਗ ਅਤੇ ਸੰਗੀਤ ਸਿਖਲਾਈ ਵਾਲੇ ਵਿਦਿਆਰਥੀਆਂ ਨੂੰ ISO ਪ੍ਰਮਾਣਿਤ ਕੋਰਸ ਸੰਪੂਰਨ ਕਰਨ ਤੇ ਡਾਕਟਰ SP ਸਿੰਘ ਓਬਰਾਏ ਮੈਨੇਜਿੰਗ ਟਰਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਅਤੇ ਡਾਕਟਰ ਰਾਜ ਬਹਾਦਰ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਿਜ਼ ਫਰੀਦਕੋਟ ਵੱਲੋਂ ਭਰਵੇਂ ਸਮਾਗਮ ਦੌਰਾਨ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਡਾਕਟਰ ਰਾਜ ਬਹਾਦਰ ਜੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਹੁਨਰੀ ਯੋਗਤਾ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾਕਟਰ SP ਸਿੰਘ ਓਬਰਾਏ ਨੇ ਹੁਨਰੀ ਸਿੱਖਿਆ ਅਤੇ ਸੰਸਥਾਗਤ ਵਿਕਾਸ ਲਈ ਆਪਣੀ ਵਚਨਬੱਧਤਾ ਦੁਹਰਾਈ। ਇਸ ਦੌਰਾਨ ਡਾਕਟਰ SP ਸਿੰਘ ਓਬਰਾਏ ਜੀ ਦੇ ਨਾਲ ਉਹਨਾਂ ਦੇ ਪਰਮ ਮਿੱਤਰ ਸਰਦਾਰ ਮਹਿੰਦਰ ਸਿੰਘ ਜੀ ਅਤੇ ਸ਼ਰਨਜੀਤ ਸਿੰਘ ਬੈਂਸ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਸੰਸਥਾ ਦੇ ਮੁਖੀ ਡਾਕਟਰ ਸੋਨਦੀਪ ਮੋਂਗਾ, ਸਮੂਹ ਸਟਾਫ, ਸ਼ਹਿਰ ਦੇ ਪਤਵੰਤੇ ਤੇ ਮੀਡੀਆ ਕਰਮੀ ਵੀ ਸ਼ਾਮਲ ਹੋਏ। ਸਾਡੇ ਬਹੁਤ ਹੀ ਸਤਿਕਾਰਯੋਗ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਜੀ, ਬੈਂਸ ਸਾਹਿਬ, ਮਹਿੰਦਰ ਸਿੰਘ, ਡਾਕਟਰ ਸੋਨਦੀਪ ਜੀ ਜਿਹੜੇ ਕਿ ਹੈੱਡ ਨੇ ਸਾਰੇ ਇੰਸਟੀਚਿਊਟ ਦੇ, ਟੀਚਰ ਸਾਹਿਬਾਨ ਤੇ ਪਿਆਰੇ ਬੱਚਿਓ। ਇਹ ਜਿਹੜਾ ਇੰਸਟੀਚਿਊਟ ਅਸੀਂ ਕੁਝ ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਅਸੀਂ ਇਹ ਨਹੀਂ ਸੋਚਿਆ ਸੀ ਕਿ ਜੋ ਅਸੀਂ ਅੱਜ ਦੇਖ ਰਹੇ ਹਾਂ ਕਿ ਅਸੀਂ ਇੱਥੇ ਟਾਈਪਿੰਗ ਦੇ, ਸ਼ੋਰਟ ਹੈਂਡ ਦੇ ਜਾਂ ਅਸੀਂ ਗੁਰਬਾਣੀ ਕੀਰਤਨ ਵੀ ਇਹ ਸਾਰੀਆਂ ਕਲਾਸਿਸ ਸ਼ੁਰੂ ਕਰਾਂਗੇ, ਇਹ ਸਾਡਾ ਕੋਈ ਵਿਚਾਰ ਨਹੀਂ ਸੀ। ਇਹ ਜਿੱਥੇ ਅਸੀਂ ਬੈਠੇ ਹਾਂ ਇਹ ਕਵੀ ਸੰਮੇਲਨ ਹਾਲ ਸੀਗਾ। ਇੱਥੇ ਸਿਰਫ ਅਸੀਂ ਇੱਕ ਸਾਡੇ ਸੀਨੀਅਰ ਜਿਹੜੇ ਰਿਟਾਇਰ ਹੋ ਚੁੱਕੇ ਹੋਏ ਨੇ, ਚਾਹੇ ਉਹ ਕਵੀ ਨੇ, ਚਾਹੇ ਰਾਗੀ ਨੇ, ਚਾਹੇ ਲੇਖਕ ਹੈ, ਅਸੀਂ ਉਹਨਾਂ ਬਾਰੇ ਸੋਚਿਆ ਸੀ ਕਿ ਉਹਨਾਂ ਦਾ ਜੋ ਆਖਰੀ ਜੀਵਨ ਹੈ, ਕਿਉਂਕਿ ਉਹਨਾਂ ਕੋਲ ਛੱਤ ਨਹੀਂ ਹੈ, ਕੋਈ ਗੁਰਦੁਆਰਿਆਂ 'ਚ ਰਹਿ ਰਹੇ ਨੇ, ਕੋਈ ਧਰਮਸ਼ਾਲਾ 'ਚ ਰਹਿ ਰਹੇ ਨੇ, ਸਾਰੀ ਜ਼ਿੰਦਗੀ ਉਹਨਾਂ ਨੇ ਇਸ ਪਾਸੇ ਲਗਾਤੀ। ਈਵਨ ਉਹਨਾਂ ਕੋਲ ਬਕਸੇ ਭਰੇ ਹੋਏ ਨੇ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਹੈਗੀਆਂ ਜਿਹੜੀਆਂ ਕਿ ਛਪ ਨਹੀਂ ਸਕੀਆਂ। ਤਾਂ ਸਾਡਾ ਇਹ ਵਿਚਾਰ ਸੀ ਕਿ ਅਸੀਂ ਇੱਥੇ ਕਵੀ ਸੰਮੇਲਨ ਵੀ ਹੋਣਗੇ ਅਤੇ ਉਹਨਾਂ ਨੂੰ ਅਸੀਂ ਜਗ੍ਹਾ ਦੇਵਾਂਗੇ, ਉਹਨਾਂ ਦਾ ਰਹਿਣ ਦਾ, ਖਾਣ ਪੀਣ ਦਾ ਸਾਰਾ ਖਰਚਾ, ਮੈਡੀਕਲ ਦੀ ਫੈਸਿਲਿਟੀ, ਟੋਟਲ ਫੈਸਿਲਿਟੀ ਅਸੀਂ ਦਿਆਂਗੇ। ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਜਿਹੜਾ ਕਿ ਸਰਬੱਤ ਦੇ ਭਲੇ ਦਾ ਇੱਕ ਐਸਾ ਉਪਰਾਲਾ ਹੈ ਜਿਹਦੇ 'ਚ ਇਹ ਨਜ਼ਰ ਮੈਨੂੰ ਆ ਰਿਹਾ ਅੱਜ ਕਿ ਇਹ ਅੱਜ ਇੱਕ ਛੋਟਾ ਜਿਹਾ ਪੌਦਾ ਹੈ ਔਰ ਇਹਦੇ ਜਿਹੜੀ ਗਰੋਥ ਹੈ ਇੱਕ ਬੋਰਡ ਦੇ ਬੂਟੇ ਵਰਗੀ ਹੋਏਗੀ, ਕਿਉਂਕਿ ਇਹਦੀ ਜਿਹੜੀ ਨਰਚਰਿੰਗ ਹੈ ਉਹ ਇੱਕ ਐਸੀ ਆਤਮਾ ਕਰ ਰਹੀ ਜਿਹੜੀ ਕਿ ਪੰਜਾਬ ਦੀ ਇੱਕ ਸ਼ਖਸੀਅਤ ਹੈ ਔਰ ਦੇਸ਼ ਦੀ ਇੱਕ ਸ਼ਖਸੀਅਤ ਹੈ ਜਿਨ੍ਹਾਂ ਦਾ ਨਾਮ SP ਸਿੰਘ ਓਬਰਾਏ ਹੈ। ਇਹ ਸੋਚ ਕਿ ਇਸ ਇਲਾਕੇ ਦੇ ਉਹ ਬੱਚੇ ਜਿਨ੍ਹਾਂ ਨੂੰ ਕਿਸੇ ਕਾਲਜ 'ਚ ਜਾਣੇ ਦੀ ਤਾਕਤ ਨਹੀਂ ਹੈ ਫਾਈਨੈਂਸ਼ੀਅਲ ਸੋਰਸਿਸ ਕਰਕੇ, ਉਹਨਾਂ ਨੂੰ ਐਸੇ ਕੋਰਸਿਸ ਜਿਹੜੇ ਕਿ ਲਾਈਕ ਟਾਈਪਿੰਗ ਹੈ ਜਾਂ ਸਟੈਨੋਗ੍ਰਾਫੀ ਹੈ ਜਾਂ ਸੰਗੀਤ, ਇਸ ਕੋਰਸਿਸ ਨਾਲ ਉਹਨਾਂ ਨੂੰ ਇਕੁਇਪ ਕਰਨ ਨਾਲ, ਉਹਨਾਂ ਦੀ ਇੰਪਾਵਰਮੈਂਟ ਹੋਣੇ ਨਾਲ ਇੱਕ ਤਾਂ ਉਹਨਾਂ ਦਾ ਆਪਣੀ ਗਰੋਥ, ਪਰਸਨਲ ਗਰੋਥ ਹੋਏਗੀ, ਪਰ ਸਾਥ ਸਾਥ ਉਹਨਾਂ ਦੀ ਇਹ ਇੰਪਾਵਰਮੈਂਟ ਹੋਏਗੀ ਕਿ ਉਹ ਆਪਣੇ ਆਪ ਦਾ ਇੱਕ ਜ਼ਰੀਆ
ਸਾਧਨ ਆਪਣੀ ਕਮਾਈ ਦਾ ਵੀ ਬਣਾ ਸਕਦੇ। ਔਰ ਜਦ ਇੱਕ ਬੱਚੇ ਨੂੰ ਜਿਹਨੂੰ ਮੈਂ ਦੇਖਿਆ ਉਹ ਮੈਨੂੰ ਨਜ਼ਰ ਆ ਰਿਹਾ था ਕਿ ਉਹ ਇੱਕ ਬਿਲਕੁਲ ਹੀ ਗਰੀਬ ਪਰਿਵਾਰਾਂ ਦੇ ਹੈ ਔਰ ਉਹਨਾਂ ਦਾ ਹੁਣ ਫਿਊਚਰ ਇੱਦਾਂ ਲੱਗ ਰਿਹਾ ਕਿਉਂਕਿ ਜਿੱਦਾਂ ਮੈਡਮ ਪ੍ਰਿੰਸੀਪਲ ਨੇ ਦੱਸਿਆ ਕਿ ਜਿਹੜਾ ਬੱਚਾ ਪਾਸ ਹੋ ਰਿਹਾ ਉਹਨਾਂ ਨੂੰ ਐਮਪਲੋਇਮੈਂਟ ਵੀ ਮਿਲ ਰਹੀ ਕਿਉਂਕਿ ਅੱਜ ਦੇ ਜ਼ਮਾਨੇ 'ਚ ਐਜੂਕੇਸ਼ਨ ਜ਼ਰੂਰ ਵਧਾਈ ਜਾ ਰਹੀ ਹੈ। ਨੰਬਰ ਆਫ ਦੀ ਪੀਪਲ ਦੇ ਆਰ ਕਮਿੰਗ ਫਾਰਵਰਡ ਕਾਫੀ ਜ਼ਿਆਦਾ ਹੈ ਪਰ ਉਹਨਾਂ ਦੀ ਪਲੇਸਮੈਂਟ ਨਹੀਂ ਹੋ ਰਹੀ। ਪਰ ਇਹ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਇੱਥੋਂ ਬੱਚੇ ਨਿਕਲ ਰਹੇ ਉਹਨਾਂ ਦੀ ਪਲੇਸਮੈਂਟ ਵੀ ਨਾਲ ਹੋ ਰਹੀ ਹੈ। ਭਾਰਤੀ ਅਮਰੀਕੀ ਦੀਪਤੀ ਵੈਡ ਡੇਡੀਆ ਐਡਿਸਨ ਅਤੇ ਨਿਊ ਜਰਸੀ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਮਹਿਲਾ ਦੱਖਣੀ ਏਸ਼ੀਆਈ ਮਿਊਨਿਸਪਲ ਕੋਰਟ ਦੀ ਜੱਜ ਬਣ ਗਈ ਹੈ, ਜਿਸ ਵਿੱਚ ਨਿਊ ਜਰਸੀ ਸੂਬੇ ਦੀ ਐਡਿਸਨ ਟਾਊਨਸ਼ਿਪ ਕੌਂਸਲ ਨੇ ਉਸ ਦੀ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਹੈ। ਦੀਪਤੀ ਵੈਡ ਡੇਡੀਆ ਦੀ ਨਿਯੁਕਤੀ ਤੇ ਨਿਊ ਜਰਸੀ ਦੇ ਪੂਰੇ ਭਾਰਤੀ ਮੂਲ ਦੇ ਲੋਕਾਂ ਦਾ ਸਾਨੂੰ ਭਾਰਤੀ ਲੋਕਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਇੱਕ ਭਾਰਤੀ ਮਹਿਲਾ ਐਡਿਸਨ ਨਿਊ ਜਰਸੀ ਸੂਬੇ ਦੀ ਪਹਿਲੀ ਦੱਖਣੀ ਏਸ਼ੀਆਈ ਜੱਜ ਬਣੀ ਹੈ। ਦੀਪਤੀ ਵੈਦ ਦੀ ਨਿਯੁਕਤੀ ਸਨ 2021 ਚ ਭਾਰਤੀ ਅਮਰੀਕੀ ਮੇਅਰ ਸ਼ੈਮ ਜੋਸ਼ੀ ਨੇ ਉਸ ਨੂੰ ਨਾਮਜ਼ਦ ਕੀਤਾ ਸੀ। ਮੇਅਰ ਸ਼ੈਮ ਜੋਸ਼ੀ ਨੇ ਕਿਹਾ ਕਿ ਉਹ ਇਸ ਨੌਕਰੀ ਲਈ ਸਭ ਤੋਂ ਯੋਗ ਅਤੇ ਤਿਆਰ ਸੀ। ਮੇਅਰ ਨੇ ਦੀਪਤੀ ਵੈਦ ਡੇਡੀਆ ਨੂੰ ਐਡਿਸਨ ਦੀ ਮਿਊਨਿਸਪਲ ਕੋਰਟ ਦੀ ਜੱਜ ਵਜੋਂ ਨਾਮਜ਼ਦ ਕਰਨਾ ਸੱਚਮੁੱਚ ਮੇਰੇ ਲਈ ਬੜੇ ਸਨਮਾਨ ਵਾਲੀ ਗੱਲ ਹੈ। ਮੇਅਰ ਨੇ ਦੱਸਿਆ ਕਿ ਸਾਡੇ ਕੌਂਸਲ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਨਾਮਜ਼ਦਗੀ ਦਾ ਸਮਰਥਨ ਕੀਤਾ। ਲੰਡਨ ਵਿੱਚ ਜਨਮੀ ਡੇਡੀਆ ਇੱਕ ਪਤਨੀ 3 ਬੱਚਿਆਂ ਦੀ ਮਾਂ ਹੈ ਅਤੇ ਉਹ 2 ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਦੇ ਨਾਲ ਨਿਊ ਜਰਸੀ ਅਮਰੀਕਾ ਚਲੀ ਗਈ ਅਤੇ ਉਹ ਪਿਛਲੇ 36 ਸਾਲਾਂ ਤੋਂ ਇਸੇ ਰਾਜ ਵਿੱਚ ਰਹਿ ਰਹੀ ਹੈ, ਜਿਸ ਵਿੱਚ ਐਡਿਸਨ ਵਿੱਚ 20 ਸਾਲਾਂ ਦਾ ਸਮਾਂ ਸ਼ਾਮਲ ਹੈ। ਇਸ ਤੋਂ ਪਹਿਲਾਂ ਉਹ ਰੋਜ਼ਗਾਰ ਸਲਾਹਕਾਰ ਅਤੇ ਨਿਊ ਜਰਸੀ ਰਾਜ ਲਈ ਲੇਬਰ ਵਿੱਚ ਡਿਪਟੀ ਅਟਾਰਨੀ ਜਨਰਲ। ਡੇਡੀਆ ਨੇ ਸੇਟਨ ਹਾਲ ਯੂਨੀਵਰਸਿਟੀ ਆਫ ਲਾਅ ਤੋਂ ਯੂਰਿਸ ਡਾਕਟਰੀ ਪ੍ਰਾਪਤ ਕਰਨ ਤੋਂ ਪਹਿਲਾਂ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਭਾਰਤ ਰਤਨ ਲਤਾ ਮੰਗੇਸ਼ਕਰ ਦਾ ਐਤਵਾਰ ਨੂੰ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦੇ ਸਨਮਾਨ ਵਿੱਚ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਵਾਸ ਦਾ ਤਿਰੰਗਾ ਅੱਧਾ ਝੁਕਾਇਆ ਗਿਆ ਹੈ। ਵੈਕਸੀਨੇਸ਼ਨ ਵਿਰੁੱਧ ਮੋਰਚੇ ਤੇ ਡਟੇ ਕੈਨੇਡੀਅਨ ਟਰੱਕ ਡਰਾਈਵਰਾਂ ਨੂੰ ਜਲਦ ਹੀ ਆਪਣਾ ਬੋਰੀ ਬਿਸਤਰਾ ਸਮੇਟਣਾ ਪੈ ਸਕਦਾ ਹੈ। ਓਟਾਵਾ ਵਿੱਚ ਐਮਰਜੈਂਸੀ ਦਾ ਐਲਾਨ ਕਰਦਿਆਂ ਟਰੱਕ ਡਰਾਈਵਰਾਂ ਵੱਲੋਂ ਇਕੱਠਾ ਕੀਤਾ ਗਿਆ 3200 ਲੀਟਰ ਬਾਲਣ ਜ਼ਬਤ ਕਰ ਲਿਆ ਗਿਆ ਹੈ। ਦਰਜਨਾਂ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਨੇ ਅੰਦੋਲਨ ਵਾਲੀ ਥਾਂ ਤੇ ਗਸ਼ਤ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਟਰੱਕ ਡਰਾਈਵਰ ਹੋਰ ਗੈਸੋਲੀਨ ਜਾਂ ਪ੍ਰੋਪੇਨ ਵੀ ਨਹੀਂ ਲਿਆ ਸਕਣਗੇ। ਟਰੱਕਾਂ ਨੂੰ ਟੋ ਕਰਕੇ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ 7 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਵਿਖਾਵਾਕਾਰੀਆਂ ਵੱਲੋਂ ਬਣਾਏ ਆਰਜ਼ੀ ਰੈਣ ਬਸੇਰੇ ਵੀ ਐਤਵਾਰ ਨੂੰ ਢਾਹ ਦਿੱਤੇ ਗਏ ਨੇ। ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਸਿੱਖ ਮੂਲ ਦੇ ਆਗੂ ਜਗਮੀਤ ਸਿੰਘ ਨੇ ਓਟਾਵਾ ਵਿੱਚ ਟਰੱਕ ਡਰਾਈਵਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦੀ ਨਿੰਦਾ ਕੀਤੀ ਹੈ। ਜਦੋਂ ਕਿ ਪਿਛਲੇ ਸਾਲ ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਉਹਨਾਂ ਨੇ ਜ਼ੋਰਦਾਰ ਸਮਰਥਨ ਕੀਤਾ ਸੀ। CBC ਨਿਊਜ਼ ਨੇ ਰਿਪੋਰਟ ਵਿੱਚ ਦਿੱਤੀ ਸਿੰਘ ਨੇ ਕਿਹਾ ਕਿ ਕੈਨੇਡਾ 'ਚ ਪਿਛਲੇ ਮਹੀਨੇ ਦੇ ਅਖੀਰ ਤੋਂ ਇੱਕ ਸੰਘੀ ਨਿਯਮ ਦਾ ਵਿਰੋਧ ਕਰ ਰਹੇ ਟਰੱਕ ਡਰਾਈਵਰਾਂ ਅਤੇ ਓਟਾਵਾ ਜਾਣ ਵਾਲੇ ਹੋਰਾਂ ਲੋਕਾਂ ਦੇ ਕਾਫਲਿਆਂ ਦੀ ਨਿੰਦਾ ਕੀਤੀ ਹੈ। ਇਸ ਨਿਯਮ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਕੈਨੇਡਾ ਸਰਹੱਦ ਪਾਰ ਕਰਨ ਵਾਲੇ ਡਰਾਈਵਰਾਂ ਲਈ ਕਰੋਨਾ ਵੈਕਸੀਨ ਲਗਵਾਉਣਾ ਜ਼ਰੂਰੀ ਹੈ। ਸਿੰਘ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਕੁਝ ਲੋਕ ਭੜਕਾਊ ਵੰਡੀਆਂ ਪਾਉਣ ਵਾਲੀਆਂ ਤੇ ਨਫ਼ਰਤ ਭਰੀਆਂ ਟਿੱਪਣੀਆਂ ਰਾਹੀਂ ਗਲਤ ਜਾਣਕਾਰੀ ਫੈਲਾ ਰਹੇ ਨੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ NDP ਨੇਤਾ ਨੇ ਕਿਹਾ ਕਿ ਉਹ ਅਜਿਹੀ ਮੁਹਿੰਮ ਦਾ ਸਮਰਥਨ ਨਹੀਂ ਕਰਦੇ ਜੋ ਕੱਟੜਪੰਥੀ ਅਤੇ ਖਤਰਨਾਕ ਵਿਚਾਰਾਂ ਨੂੰ ਪਨਾਹ ਦਿੰਦੀ ਹੈ। ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕੈਨੇਡਾ ਯੂਨਿਟੀ ਵੱਲੋਂ ਕੀਤਾ ਜਾ ਰਿਹਾ ਜੋ ਇੱਕ ਸਮੂਹ ਹੈ ਅਤੇ ਕੋਵਿਡ-19 ਨਾਲ ਸੰਬੰਧਿਤ ਉਪਮਾਵਾਂ ਦਾ ਵਿਰੋਧ ਕਰਦਾ ਹੈ। ਇਸ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੀ ਸਰਕਾਰ ਨੂੰ ਟਰੱਕ ਡਰਾਈਵਰਾਂ ਲਈ ਵੈਕਸੀਨ ਦੇ ਹੁਕਮਾਂ ਨੂੰ ਵਾਪਸ ਲੈਣ ਅਤੇ ਹੋਰ ਜਨਤਕ ਸਿਹਤ ਸੁਰੱਖਿਆਵਾਂ ਨੂੰ ਖਤਮ ਕਰਨ ਲਈ ਦਬਾਅ ਪਾਉਣਾ ਹੈ। ਫ੍ਰਿਜ਼ਨੋ ਦੇ ਉੱਤਰ ਵਿੱਚ ਹੋਏ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 2 ਜ਼ਖਮੀ ਹੋ ਗਏ ਨੇ, ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਇੱਕ ਅਧਿਕਾਰੀ ਨੇ ਲੈਫਟੀਨੈਂਟ ਜੈ ਕੈਸਟੈਂਡਾ ਨੇ ਦੱਸਿਆ ਕਿ ਹਾਦਸਾ ਤੜਕਸਾਰ 4:30 ਵਜੇ ਉਸ ਵੇਲੇ ਵਾਪਰਿਆ ਜਦੋਂ ਮਿਲਟਨ ਰੋਡ ਉੱਪਰ ਇੱਕ ਹੁੰਡਾਈ ਅਸੈਂਟ ਗੱਡੀ 2 ਪੀਲੀਆਂ ਲਾਈਨਾਂ ਪਾਰ ਕਰਕੇ ਦੂਸਰੇ ਪਾਸੇ ਤੋਂ ਆ ਰਹੀ ਹੋਂਡਾ ਅਕਾਰਡ ਨਾਲ ਟਕਰਾ ਕੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਹੁੰਡਾਈ ਵਿੱਚ ਸਵਾਰ ਡਰਾਈਵਰ ਸਮੇਤ 4 ਜਣੇ ਤੇ ਹਾਂਡਾ ਵਿੱਚ ਸਵਾਰ ਇੱਕ ਵਿਅਕਤੀ ਮੌਕੇ ਉੱਪਰ ਹੀ ਦਮ ਤੋੜ ਗਏ। ਹਾਂਡਾ ਵਿੱਚ ਸਵਾਰ 2 ਹੋਰ ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਮਾਰੇ ਗਏ ਸਾਰੇ ਵਿਅਕਤੀਆਂ ਦੀ ਉਮਰ 30 ਤੋਂ 40 ਸਾਲ ਦੇ ਦਰਮਿਆਨ ਸੀ ਤੇ ਉਹ ਆਸ-ਪਾਸ ਦੇ ਖੇਤਰਾਂ ਨਾਲ ਹੀ ਸੰਬੰਧਿਤ ਹਨ। ਅਜੇ ਤੱਕ ਮਾਰੇ ਗਏ ਵਿਅਕਤੀਆਂ ਦੀ ਸ਼ਨਾਖਤ ਨਹੀਂ ਹੋ ਸਕੀ।
ਕੋਲੋਰਾਡੋ ਦੇ ਇੱਕ ਚਰਚ ਵਿੱਚ ਇੱਕ ਸ਼ੱਕੀ ਹਮਲਾਵਰ ਨੇ ਗੋਲੀਆਂ ਮਾਰ ਕੇ ਇੱਕ ਔਰਤ ਦੀ ਹੱਤਿਆ ਕਰ ਦਿੱਤੀ ਹੈ ਤੇ 2 ਹੋਰਨਾਂ ਨੂੰ ਜ਼ਖਮੀ ਕਰ ਦਿੱਤਾ। ਔਰੋਰਾ ਪੁਲਿਸ ਦੇ ਬੁਲਾਰੇ ਮੈਥਿਊ ਲੰਗਸ਼ੋਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੱਕੀ ਹਮਲਾਵਰ ਪੀੜਤਾਂ ਵਿੱਚੋਂ ਇੱਕ ਨੂੰ ਜਾਣਦਾ ਸੀ ਤੇ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ। ਔਰੋਰਾ ਪੁਲਿਸ ਵਿਭਾਗ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਗੋਲਾਬਾਰੀ ਦੀ ਘਟਨਾ ਗਲੇਸੀਆ ਫਰੋਡੇਲੂਜ਼ ਚਰਚ ਵਿੱਚ ਸਥਾਨਕ ਸਮੇਂ ਅਨੁਸਾਰ ਸ਼ਾਮ 8 ਵਜੇ ਦੇ ਆਸ-ਪਾਸ ਵਾਪਰੀ। ਉਸੇ ਸਮੇਂ ਚਰਚ ਵਿੱਚ ਇੱਕ ਸਮਾਗਮ ਚੱਲ ਰਿਹਾ ਸੀ ਜਿਸ ਵਿੱਚ 20 ਦੇ ਕਰੀਬ ਵਿਅਕਤੀ ਸ਼ਾਮਲ ਸਨ। ਜਦੋਂ ਪੁਲਿਸ ਘਟਨਾ ਸਥਾਨ ਤੇ ਪੁੱਜੀ ਤਾਂ ਇੱਕ 36 ਸਾਲ ਦੀ ਔਰਤ ਤੇ 2 ਹੋਰ ਵਿਅਕਤੀ ਜਿਨ੍ਹਾਂ ਦੀ ਉਮਰ 40 ਸਾਲ ਦੇ ਕਰੀਬ ਸੀ ਜ਼ਖਮੀ ਹਾਲਤ ਵਿੱਚ ਮਿਲੇ, ਜਿਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਇਨ੍ਹਾਂ ਵਿੱਚੋਂ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਬਾਕੀ ਦੋਵਾਂ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਸ਼ੱਕੀ ਦੀ ਪਛਾਣ ਕਰ ਰਹੀ ਹੈ। ਅਲਬਰਟਾ ਸਟੇਟ ਦੇ ਸ਼ਹਿਰ ਐਡਮਿੰਟਨ ਦੀ ਇੱਕ ਅਦਾਲਤ ਨੇ ਜੱਜ ਨੇ ਮਾਂ ਦੇ ਹੱਕ ਵਿੱਚ ਫੈਸਲਾ ਕਰਕੇ ਉਸਦੇ ਪਤੀ ਨੂੰ ਆਪਣੀ ਪਤਨੀ ਦੇ ਰਾਹ ਵਿੱਚੋਂ ਹਟ ਜਾਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਇੱਕ ਬੱਚੇ ਦੀ ਮਾਂ ਜੋ ਆਪਣੇ 12 ਸਾਲਾ ਬੱਚੇ ਨੂੰ ਕੋਵਿਡ ਵੈਕਸੀਨ ਲਗਵਾਉਣਾ ਚਾਹੁੰਦੀ ਸੀ ਪਰ ਬੱਚੇ ਦਾ ਪਿਤਾ ਇਤਰਾਜ਼ ਕਰਦਾ ਸੀ ਤੇ ਉਹ ਬੱਚੇ ਦੇ ਵੈਕਸੀਨ ਨਹੀਂ ਲਗਵਾਉਣ ਦੇ ਰਿਹਾ ਸੀ, ਜਿਸ ਨੂੰ ਲੈ ਕੇ ਮਾਂ ਅਦਾਲਤ ਚਲੀ ਗਈ, ਜਿਸ ਦੇ ਫੈਸਲੇ ਵਜੋਂ ਡਾਕਟਰ ਨੇ ਮਾਂ ਨੂੰ ਵੈਕਸੀਨ ਲਗਵਾਉਣ ਦੀ ਆਗਿਆ ਤਾਂ ਦੇ ਦਿੱਤੀ ਤੇ ਪਿਤਾ ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ ਆਪਣੀ ਪਤਨੀ ਤੇ ਬੱਚੇ ਨੂੰ ਨਾ ਰੋਕੇ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਨਾਲ ਪਹੁੰਚ ਰਹੇ ਪਾਕਿਸਤਾਨੀ ਮੁਸਲਿਮ ਭਾਈਚਾਰੇ ਦੇ ਲੋਕਾਂ ਤੇ ਇੱਕ ਵਾਰ ਮੁੜ ਤੋਂ ਲੰਗਰ ਛਕਣ ਤੇ ਰੋਕ ਲਗਾਈ ਗਈ ਹੈ। ਪਾਕਿਸਤਾਨੀ ਗਾਈਡ ਅਸ਼ਫਾਕ ਖਾਨ ਨੇ ਦੱਸਿਆ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਪਾਕਿਸਤਾਨੀ ਗੈਰ ਸਿੱਖ ਵਿਜ਼ਿਟਰ ਦੇ ਲੰਗਰ ਘਰ 'ਚ ਦਾਖਲ ਹੋਣ ਅਤੇ ਲੰਗਰ ਛਕਣ ਤੇ ਰੋਕ ਲਗਾਈ ਗਈ ਹੈ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਗੁਰਦੁਆਰਾ ਸਾਹਿਬ ਦੇ ਸੰਗਮਰਮਰੀ ਫਰਸ਼ ਦੇ ਰੱਖ-ਰਖਾਅ ਦੀ ਕਮੀ ਕਾਰਨ ਉੱਥੇ ਤਿਨਕਲ ਨਾਲ ਲਗਭਗ ਰੋਜ਼ ਸ਼ਰਧਾਲੂਆਂ ਨੂੰ ਸੱਟਾਂ ਲੱਗ ਰਹੀਆਂ ਨੇ। ਮੁਹੰਮਦ ਲਤੀਫ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਲੰਗਰ ਘਰ ਵਿੱਚ ਭਾਰਤ ਪਾਕਿਸਤਾਨ ਦੇ ਯਾਤਰੂਆਂ ਦੇ ਲੰਗਰ ਛਕਣ ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ। ਲਤੀਫ ਨੇ ਨਾਲ ਹੀ ਮੰਨਿਆ ਕਿ ਹੁਣ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਉਣ ਵਾਲੇ ਪਾਕਿਸਤਾਨੀ ਮੁਸਲਿਮ ਵਿਜ਼ਟਰ ਪਾਸੋਂ 200 ਰੁਪਏ ਦੀ ਬਜਾਏ 400 ਰੁਪਏ ਦਾਖਲਾ ਫੀਸ ਵਸੂਲ ਕੀਤੀ ਜਾ ਰਹੀ ਹੈ। ਇਹ ਸੇਵਾ ਖਰਚ ਰੱਖ-ਰਖਾਅ ਸਹੂਲਤਾਂ ਅਤੇ ਟਰਾਂਸਪੋਰਟ ਦੇ ਲਈ ਲਿਆ ਜਾ ਰਿਹਾ। ਉਹਨਾਂ ਨੇ ਵੀ ਮੰਨਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਵਿੱਚ ਸਥਾਪਿਤ ਕੀਤੀ ਗਈ ਆਰਟ ਗੈਲਰੀ ਤੇ ਮਿਊਜ਼ੀਅਮ ਬੰਦ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਜਲਦੀ ਗੁਰਦੁਆਰਾ ਸਾਹਿਬ ਦੇ ਬਾਹਰ ਸ਼ੁਰੂ ਕਰ ਦਿੱਤਾ ਜਾਏਗਾ। ਸ਼੍ਰੀਲੰਕਾ ਵਿੱਚ ਡੂੰਘੇ ਹੁੰਦੇ ਆਰਥਿਕ ਸੰਕਟ ਦੌਰਾਨ ਇੱਕ ਅਮਰੀਕੀ ਥਿੰਕ ਟੈਂਕ ਨੇ ਕਿਹਾ ਹੈ ਕਿ ਟਾਪੂ ਰਾਸ਼ਟਰ ਆਪਣੀ ਅਰਥ ਵਿਵਸਥਾ ਨੂੰ ਬਚਾਉਣ ਦੇ ਲਈ ਫਿਰ ਤੋਂ ਵਿਚਾਰ ਕਰਨ ਦੀ ਜ਼ਰੂਰਤ ਹੈ ਜੋ ਚੀਨੀ ਕਰਜ਼ ਦੇ ਜਾਲ ਵਿੱਚ ਉਲਝਦੀ ਜਾ ਰਹੀ ਹੈ। ਵਾਸ਼ਿੰਗਟਨ ਸਥਿਤ ਗਲੋਬਲ ਸਟ੍ਰੈਟ ਵਿਊ ਨੇ ਆਪਣੇ ਵਿਸ਼ਲੇਸ਼ਣ ਵਿੱਚ ਕਿਹਾ ਕਿ ਸ਼੍ਰੀਲੰਕਾ ਦਾ ਵਿੱਤੀ ਸੰਕਟ ਮਨੁੱਖੀ ਸੰਕਟ ਵੱਲ ਵਧ ਰਿਹਾ ਹੈ ਤੇ ਆਖਰਕਾਰ ਦੇਸ਼ ਨੂੰ ਦਿਵਾਲੀਏਪਨ ਵੱਲ ਧੱਕ ਦੇਗਾ। ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਦੇਸ਼ ਦੇ ਵਿੱਤੀ ਸੰਕਟ ਲਈ ਮੁੱਢਲੇ ਤੌਰ ਤੇ ਚੀਨ ਦੀ ਕਰਜ਼ ਦੇ ਜਾਲ ਵਿੱਚ ਫਸਾਉਣ ਵਾਲੀ ਨੀਤੀ ਜ਼ਿੰਮੇਵਾਰ ਹੈ। ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਅਤੇ ਪੰਜਾਬੀ ਅਦਾਕਾਰ ਹੌਬੀ ਧਾਲੀਵਾਲ ਭਾਜਪਾ ਵਿੱਚ ਸ਼ਾਮਲ ਹੋ ਗਏ। ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਵੱਲੋਂ ਇਨ੍ਹਾਂ ਕਲਾਕਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਰਹੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦੀ ਖੁਸ਼ਹਾਲੀ ਲਈ ਭਾਜਪਾ ਵੱਲ ਦੇਖ ਰਹੇ ਨੇ। ਕਿਸਾਨ ਅੰਦੋਲਨ 'ਚ ਜੋ ਹਾਲਾਤ ਬਣੇ ਸੀ ਉਸ ਤੋਂ ਉਲਟ ਹਾਲਾਤ ਬਣੇ ਹੋਏ ਨੇ। ਜਿਹੜੇ ਪਿੰਡਾਂ 'ਚ ਭਾਜਪਾ ਦੇ ਲੋਕਾਂ ਨੂੰ ਰੋਕਿਆ ਜਾਂਦਾ ਸੀ ਅੱਜ ਉਹਨਾਂ ਪਿੰਡਾਂ 'ਚ ਉਹਨਾਂ ਦਾ ਸਰੂਪਾ ਪਾ ਕੇ ਤੇ ਫੁੱਲਾਂ ਦੀਆਂ ਮਾਲਾਂ ਨਾਲ ਸਵਾਗਤ ਕੀਤਾ ਜਾ ਰਿਹਾ। ਵਿਦੇਸ਼ੀ ਕੰਪਨੀਆਂ ਸੋਸ਼ਲ ਮੀਡੀਆ ਤੇ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਰਹਿੰਦੀਆਂ ਨੇ। ਹਾਲ ਹੀ ਵਿੱਚ ਹੁੰਡਾਈ ਨਾਲ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ। ਕੰਪਨੀ ਨੇ ਕਸ਼ਮੀਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਜਿਹੀ ਪੋਸਟ ਪਾਈ ਜਿਸ ਕਾਰਨ ਭਾਰਤੀ ਭੜਕ ਗਏ। ਇਸ ਤੋਂ ਬਾਅਦ ਕੰਪਨੀ ਨੂੰ ਟਵਿੱਟਰ ਤੇ ਬਿਆਨ ਜਾਰੀ ਕਰਨਾ ਪਿਆ। ਹੁਣ ਅਜਿਹਾ ਹੀ ਕੁਝ ਫਾਸਟ ਫੂਡ ਚੇਨ ਰੈਸਟੋਰੈਂਟ KFC ਨਾਲ ਹੋਇਆ ਹੈ। KFC ਨੇ ਪਾਕਿਸਤਾਨ ਦੇ ਫੇਸਬੁੱਕ ਹੈਂਡਲ ਤੋਂ ਕਸ਼ਮੀਰ ਬਾਰੇ ਇੱਕ ਪੋਸਟ ਕੀਤੀ। ਇਸ ਤੋਂ ਬਾਅਦ ਭਾਰਤ ਵਿੱਚ ਕੰਪਨੀ ਦਾ ਬਾਈਕਾਟ ਕਰਨ ਦੀ ਮੰਗ ਉੱਠੀ। ਹੰਗਾਮੇ ਦੇ ਮੱਦੇਨਜ਼ਰ ਕੰਪਨੀ ਨੇ ਮੁਆਫੀ ਮੰਗੀ। KFC ਨੇ ਪਾਕਿਸਤਾਨ ਦੇ ਫੇਸਬੁੱਕ ਪੇਜ ਤੇ ਕਸ਼ਮੀਰ ਦੇ ਨਾਲ ਇਕਜੁੱਟਤਾ ਦਾ ਸੰਦੇਸ਼ ਪੋਸਟ ਕੀਤਾ ਸੀ। ਇਸ ਵਿੱਚ ਲਿਖਿਆ ਸੀ ਕਿ ਤੁਸੀਂ ਕਦੇ ਵੀ ਸਾਡੇ ਵਿਚਾਰਾਂ ਨੂੰ ਨਹੀਂ ਛੱਡਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਾਲ ਤੁਹਾਡੇ ਲਈ ਸ਼ਾਂਤੀ ਲੈ ਕੇ ਆਵੇ। ਪੋਸਟ ਵਿੱਚ ਚਮਕਦਾਰ ਲਾਲ ਅੱਖਰਾਂ ਵਿੱਚ ਕਸ਼ਮੀਰ ਬਿਲੋਂਗਸ ਟੂ ਦਾ ਕਸ਼ਮੀਰ ਲਿਖਿਆ ਗਿਆ ਸੀ। ਇਹ ਪੋਸਟ 5 ਫਰਵਰੀ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 1:18 ਤੇ ਕੀਤੀ ਗਈ ਸੀ। ਹਾਲਾਂਕਿ ਸੋਸ਼ਲ ਮੀਡੀਆ ਤੇ ਕੰਪਨੀ ਵਿਰੁੱਧ ਹੰਗਾਮਾ ਹੋਣ ਤੋਂ ਬਾਅਦ 7 ਫਰਵਰੀ ਨੂੰ ਸ਼ਾਮ 6:15 ਤੇ ਪੋਸਟ ਨੂੰ ਹਟਾ ਦਿੱਤਾ ਗਿਆ।
KFC ਪਾਕਿਸਤਾਨ ਦੇ ਫੇਸਬੁੱਕ ਪੇਜ ਤੋਂ ਬੇਵਾਬਤ ਪੋਸਟ ਨੂੰ ਹਟਾਏ ਜਾਣ ਦੇ 1 ਘੰਟੇ ਬਾਅਦ KFC ਇੰਡੀਆ ਨੇ ਟਵਿੱਟਰ ਤੇ ਮਾਫੀ ਮੰਗੀ। ਪਾਕਿਸਤਾਨ ਦੇ ਆਪਣੇ ਫੇਸਬੁੱਕ ਹੈਂਡਲ ਦਾ ਸਪਸ਼ਟ ਤੌਰ ਤੇ ਨਾਮ ਲਏ ਬਿਨਾਂ KFC ਇੰਡੀਆ ਨੇ ਕਿਹਾ, ਅਸੀਂ ਭਾਰਤ ਦੀ ਇੱਜ਼ਤ ਅਤੇ ਸਤਿਕਾਰ ਕਰਦੇ ਹਾਂ, ਅਸੀਂ ਤੁਹਾਡੇ ਲਈ ਸੇਵਾ ਕਰਨ ਲਈ ਵਚਨਬੱਧ ਹਾਂ। ਪੱਛਮੀ ਉੱਤਰੀ ਆਸਟ੍ਰੇਲੀਆ ਦੇ ਪਿਲਬਾਰਾ ਵਿੱਚ ਧਰਤੀ ਦੀਆਂ ਕੁਝ ਸਭ ਤੋਂ ਪੁਰਾਣੀਆਂ ਚਟਾਨਾਂ ਮਿਲੀਆਂ ਨੇ ਜੋ ਕਿ 3.6 ਅਰਬ ਸਾਲ ਤੋਂ ਵੱਧ ਪੁਰਾਣੀਆਂ ਨੇ। ਇਹ ਜਾਣਕਾਰੀ ਅਮਰੀਕਾ ਦੀ ਸਪੇਸ ਏਜੰਸੀ ਬੈਮਿਨਕਾ ਅਤੇ ਪੁਲਾੜ ਪ੍ਰਬੰਧਨ ਨੇ ਦਿੱਤੀ ਹੈ। ਨਾਸਾ ਮੁਤਾਬਕ ਇਹ ਲੋਹਾ ਭਰਪੂਰ ਚਟਾਨਾਂ ਵਾਯੂਮੰਡਲੀ ਆਕਸੀਜਨ ਦੀ ਮੌਜੂਦਗੀ ਅਤੇ ਇੱਥੋਂ ਤੱਕ ਕਿ ਜੀਵਨ ਦੀ ਸ਼ੁਰੂਆਤ ਤੋਂ ਪਹਿਲਾਂ ਬਣੀਆਂ ਸਨ। ਨਾਸਾ ਨੇ ਦੱਸਿਆ ਹੈ ਕਿ ਇੱਥੋਂ ਪ੍ਰਾਪਤ ਤਸਵੀਰ ਐਸਟਰ ਦਾ ਇੱਕ ਸੁਮੇਲ ਹੈ ਜੋ ਨਾਸਾ ਜੈਟ ਪ੍ਰੋਪਲਸ਼ਨ ਲੈਬੋਰੇਟਰੀ, ਜਾਪਾਨ ਦੀ ਅਰਥ ਵਿਵਸਥਾ, ਵਪਾਰ ਅਤੇ ਉਦਯੋਗ ਮੰਤਰਾਲੇ, ਦੇਸ਼ਾਂ ਦੇ ਵਿਗਿਆਨੀ ਅਤੇ ਉਦਯੋਗ ਸੰਗਠਨਾਂ ਵਿਚਕਾਰ ਇੱਕ ਸੰਯੁਕਤ ਕੋਸ਼ਿਸ਼ ਤੇ 5 ਧਰਤੀ ਮੁੱਲਾਂਕਣ ਉਪਕਰਨਾਂ ਵਿੱਚੋਂ ਹਨ। ਨਾਸਾ ਮੁਤਾਬਕ 12 ਅਕਤੂਬਰ 2004 ਨੂੰ ਪ੍ਰਾਪਤ ਕੀਤੀ ਗਈ ਤਸਵੀਰ ਨੇ 49.1 ਗੁਣਾ 52.2 ਕਿਲੋਮੀਟਰ ਦੇ ਖੇਤਰ ਨੂੰ ਕਵਰ ਕੀਤਾ। ਗਲਵਾਨ ਘਾਟੀ ਵਿੱਚ ਭਾਰਤੀ ਜਵਾਨਾਂ ਨਾਲ ਝੜਪ ਵਿੱਚ ਸ਼ਾਮਲ PLA ਦੇ ਜਵਾਨਾਂ ਨੂੰ ਸਰਦ ਰੁੱਤ 올림픽ਸ ਦੀ ਮਿਸਾਲ ਲੈ ਕੇ ਚੱਲਣ ਵਾਲੇ ਖਿਡਾਰੀਆਂ 'ਚ ਸ਼ਾਮਲ ਕਰਨ ਦੇ ਫੈਸਲੇ ਦੀ ਹੋ ਰਹੀ ਚੌਤਰਫਾ ਆਲੋਚਨਾ ਦਰਮਿਆਨ ਚੀਨ ਨੇ ਕਿਹਾ ਹੈ ਕਿ ਚੋਣ ਮਾਪਦੰਡਾਂ ਤਹਿਤ ਕੀਤੀ ਗਈ ਹੈ ਅਤੇ ਇਸ ਫੈਸਲੇ ਨੂੰ ਆਦੇਸ਼ ਅਤੇ ਤਰਕਸੰਗਤ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਹੈ। ਚੀਨ ਨੇ ਭੜਕਾਊ ਕਦਮ ਤਹਿਤ ਪੀਪਲਸ ਲਿਬਰੇਸ਼ਨ ਆਰਮੀ ਦੇ ਰੈਜੀਮੈਂਟ ਕਮਾਂਡਰ ਸ਼ੀਫ ਵਾਓ ਨੂੰ 올림픽ਸ ਖੇਡਾਂ ਦੇ ਮਿਸਾਲ ਦੌੜਾਕ 'ਚ ਸ਼ਾਮਲ ਕੀਤਾ ਗਿਆ ਸੀ, ਜਿਸ ਤੇ ਭਾਰਤ ਨੇ ਇਤਰਾਜ਼ ਕਰਦਿਆਂ ਖੇਡਾਂ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕੀਤਾ ਸੀ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜਾਓ ਲਿਜ਼ਿਆਨ ਨੇ ਕਿਹਾ ਕਿ ਫੈਸਲੇ ਨੂੰ ਸਿਆਸਤ ਪੱਖੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰਨ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡੇ YouTube ਚੈਨਲ ਪੰਜਾਬ ਮੀਡੀਆ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।